ਖਬਰਾਂ ਦੇ ਬੁਲੇਟਿਨ ਦੇ ਸਪਾਂਸਰ ਨੇ ਰੀਅਲਟਰ ਗੁਰਜਿੰਦਰ ਸਿੰਘ ਰੰਧਾਵਾ। ਹਰ ਤਰ੍ਹਾਂ ਦੀ ਪ੍ਰਾਪਰਟੀ ਖਰੀਦਣ ਤੇ ਵੇਚਣ ਲਈ ਤੁਸੀਂ ਕਾਲ ਕਰ ਸਕਦੇ ਹੋ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਪੰਜਾਬ ਮਿਲ USA TV ਤੇ ਮੈਂ ਸੁਰਪ੍ਰੀਤ। ਖਬਰਾਂ ਦੇ ਇਸ ਬੁਲੇਟਿਨ 'ਚ ਬਹੁਤ-ਬਹੁਤ ਸਵਾਗਤ। ਪੇਸ਼ ਹਾਂ ਦੇਸ਼ ਵਿਦੇਸ਼ ਨਾਲ ਜੁੜੀਆਂ ਹੋਈਆਂ ਕੁਝ ਖਾਸ ਤੇ ਚੋਣਵੀਆਂ ਖਬਰਾਂ। ਅਮਰੀਕਾ 'ਚ ਫਾਸਟ ਟਰੈਕ ਦੇਸ਼ ਨਿਕਾਲੇ ਤੇ ਲੱਗੀ ਰੋਕ, ਲੱਖਾਂ ਪ੍ਰਵਾਸੀਆਂ ਨੂੰ ਹੋਵੇਗਾ ਫਾਇਦਾ। ਟਰੰਪ ਨੇ ਵੇਲੇ ਕੀਤੇ 230 ਪੰਜਾਬੀ ਟਰੱਕ ਡਰਾਈਵਰ। ਟਰੰਪ ਨੂੰ ਲੱਗਾ ਵੱਡਾ ਝਟਕਾ, ਭਾਰਤ ਨੇ ਕਰ ਲਿਆ ਵੱਡਾ ਫੈਸਲਾ। US ਅਤੇ UK ਨੇ ਆਪਣੇ ਨਾਗਰਿਕਾਂ ਲਈ ਜਾਰੀ ਕੀਤੀ ਐਡਵਾਈਜ਼ਰੀ। ਗੈਂਗਸਟਰਾਂ ਨੇ ਹੁਣ ਘਰਾਂ ਵਿੱਚ ਦਾਖਲ ਹੋ ਕੇ ਗੋਲੀਆਂ ਮਾਰਨ ਦਾ ਸਿਲਸਿਲਾ ਸ਼ੁਰੂ ਕਰ ਦਿੱਤਾ। 2000 ਇਰਾਨੀ ਮੌਲਵੀਆਂ ਨੇ ਕੀਤੀ ਟਰੰਪ ਦੀ ਹੱਤਿਆ ਦੀ ਮੰਗ। ਹੁਣ ਇਹਨਾਂ ਖਬਰਾਂ ਦਾ ਵਿਸਥਾਰ, ਇਸ ਦੇ ਨਾਲ ਹੀ ਦੇਸ਼ ਤੇ ਵਿਦੇਸ਼ ਨਾਲ ਜੁੜੀਆਂ ਹੋਈਆਂ तमाम ਖਬਰਾਂ। ਅਮਰੀਕਾ ਦੇ ਇੱਕ ਸੰਘੀ ਜੱਜ ਨੇ ਟਰੰਪ ਪ੍ਰਸ਼ਾਸਨ ਦੇ ਫਾਸਟ ਟਰੈਕ ਮਤਲਬ ਤੁਰੰਤ ਦੇਸ਼ ਨਿਕਾਲੇ ਦੇ ਆਦੇਸ਼ ਤੇ ਰੋਕ ਲਗਾ ਦਿੱਤੀ ਹੈ। ਦਰਅਸਲ ਟਰੰਪ ਪ੍ਰਸ਼ਾਸਨ ਨੇ ਮਨੁੱਖੀ ਪੈਰੋਲ ਤੇ ਅਮਰੀਕਾ ਆਏ ਪ੍ਰਵਾਸੀਆਂ ਨੂੰ ਦੇਸ਼ ਨਿਕਾਲੇ ਲਈ ਤੁਰੰਤ ਕਾਰਵਾਈ ਕਰਨ ਦੇ ਨਿਰਦੇਸ਼ ਜਾਰੀ ਕੀਤੇ ਸਨ, ਜਿਸ ਦੇ ਤਹਿਤ ਹੋਮਲੈਂਡ ਸਿਕਿਉਰਿਟੀ ਨੂੰ ਪ੍ਰਵਾਸੀਆਂ ਨੂੰ ਜੱਜ ਦੇ ਸਾਹਮਣੇ ਪੇਸ਼ ਕੀਤੇ ਬਿਨਾਂ ਦੇਸ਼ ਨਿਕਾਲੇ ਦੀ ਸ਼ਕਤੀ ਮਿਲ ਗਈ ਸੀ। ਹਾਲਾਂਕਿ ਹੁਣ ਅਦਾਲਤ ਨੇ ਇਸ ਤੇ ਰੋਕ ਲਗਾ ਦਿੱਤੀ ਹੈ। ਅਦਾਲਤ ਨੇ ਇਸ ਫੈਸਲੇ ਨਾਲ ਲੱਖਾਂ ਲੋਕਾਂ ਨੂੰ ਫਾਇਦਾ ਹੋ ਸਕਦਾ ਹੈ। ਮਾਨਵਤਾਵਾਦੀ ਪੈਰੋਲ ਅਮਰੀਕੀ ਕਾਨੂੰਨ ਦਾ ਇੱਕ ਉਪਬੰਧ ਹੈ, ਜਿਸ ਦੇ ਤਹਿਤ ਵਿਦੇਸ਼ੀ ਨਾਗਰਿਕਾਂ ਨੂੰ ਮਨੁੱਖੀ ਆਧਾਰ ਤੇ ਕੁਝ ਸਮੇਂ ਲਈ ਅਮਰੀਕਾ ਵਿੱਚ ਰਹਿਣ ਦੀ ਆਗਿਆ ਹੈ। ਇਹ ਗ੍ਰਹਿ ਸੁਰੱਖਿਆ ਵਿਭਾਗ ਦੁਆਰਾ ਦਿੱਤਾ ਜਾਂਦਾ ਹੈ, ਪਰ ਹਾਲ ਹੀ ਵਿੱਚ ਗ੍ਰਹਿ ਸੁਰੱਖਿਆ ਸਕੱਤਰ ਕ੍ਰਿਸਟੀ ਨੋਏਮ ਨੇ ਮਨੁੱਖੀ ਪੈਰੋਲ ਤੇ ਅਮਰੀਕਾ ਵਿੱਚ ਰਹਿ ਰਹੇ ਪ੍ਰਵਾਸੀਆਂ ਨੂੰ ਤੁਰੰਤ ਦੇਸ਼ ਨਿਕਾਲੇ ਦਾ ਹੁਕਮ ਦਿੱਤਾ ਹੈ। ਇਸ ਤੋਂ ਬਾਅਦ ਵੱਡੀ ਗਿਣਤੀ ਵਿੱਚ ਪ੍ਰਵਾਸੀਆਂ ਨੂੰ ਹਿਰਾਸਤ ਵਿੱਚ ਲਿਆ ਗਿਆ ਸੀ। ਪ੍ਰਵਾਸੀ ਅਧਿਕਾਰ ਸਮੂਹਾਂ ਨੇ ਹੋਮਲੈਂਡ ਸਿਕਿਉਰਿਟੀ ਦੀ ਇਸ ਕਾਰਵਾਈ ਵਿਰੁੱਧ ਅਦਾਲਤ ਵਿੱਚ ਪਟੀਸ਼ਨ ਦਾਇਰ ਕੀਤੀ। ਇਸ ਪਟੀਸ਼ਨ ਤੇ ਸੁਣਵਾਈ ਕਰਦੇ ਹੋਏ ਵਾਸ਼ਿੰਗਟਨ ਵਿੱਚ ਅਮਰੀਕੀ ਜ਼ਿਲ੍ਹਾ ਜੱਜ ਜਿਓ ਕੋਬ ਨੇ ਟਰੰਪ ਪ੍ਰਸ਼ਾਸਨ ਦੇ ਆਦੇਸ਼ ਤੇ ਰੋਕ ਲਗਾ ਦਿੱਤੀ। ਕੋਬ ਨੇ ਆਪਣੇ 84 ਪੰਨਿਆਂ ਦੇ ਆਦੇਸ਼ ਵਿੱਚ ਕਿਹਾ ਕਿ ਇਹ ਮਾਮਲਾ ਆਪਣੇ ਘਰੇਲੂ ਦੇਸ਼ਾਂ ਵਿੱਚ ਜ਼ੁਲਮ ਅਤੇ ਹਿੰਸਾ ਤੋਂ ਭੱਜਣ ਵਾਲੇ ਲੋਕਾਂ ਲਈ ਨਿਰਪੱਖਤਾ ਦਾ ਸਵਾਲ ਪੇਸ਼ ਕਰਦਾ ਹੈ। ਜੱਜ ਦਾ ਫੈਸਲਾ ਕਿਸੇ ਵੀ ਗੈਰ ਨਾਗਰਿਕ ਤੇ ਲਾਗੂ ਹੁੰਦਾ ਹੈ ਜੋ ਐਂਟਰੀ ਪੋਰਟ ਤੇ ਪੈਰੋਲ ਪ੍ਰਕਿਰਿਆ ਰਾਹੀਂ ਅਮਰੀਕਾ ਵਿੱਚ ਦਾਖਲ ਹੋਇਆ। ਉਸਨੇ ਚੁਣੌਤੀ ਦਿੱਤੀ ਗਈ ਹੈ। DHS ਕਾਰਵਾਈਆਂ ਨੂੰ ਕੇਸ ਦੇ ਸਿੱਟੇ ਤੱਕ ਮੁਅੱਤਲ ਕਰ ਦਿੱਤਾ। ਰਾਸ਼ਟਰਪਤੀ ਡੋਨਾਲਡ ਟਰੰਪ ਨੇ ਜਨਵਰੀ ਵਿੱਚ ਤੇਜ਼ੀ ਨਾਲ ਫਾਸਟ ਟਰੈਕ ਅਥਾਰਟੀ ਦਾ ਵਿਸਥਾਰ ਕੀਤਾ, ਜਿਸ ਦੇ ਤਹਿਤ ਇਮੀਗ੍ਰੇਸ਼ਨ ਅਫਸਰਾਂ ਨੂੰ ਜੱਜ ਨੂੰ ਪਹਿਲਾਂ ਮਿਲਣ ਤੋਂ ਬਿਨਾਂ ਕਿਸੇ ਨੂੰ ਵੀ ਦੇਸ਼ ਨਿਕਾਲਾ ਦੇਣ ਦੀ ਆਗਿਆ ਦਿੱਤੀ। ਹਾਲਾਂਕਿ ਸ਼ਰਨ ਦਾ ਦਾਅਵਾ ਦਾਇਰ ਕਰਕੇ ਫਾਸਟ ਟਰੈਕ ਦੇਸ਼ ਨਿਕਾਲੇ ਨੂੰ ਰੋਕਿਆ ਜਾ ਸਕਦਾ ਹੈ, ਪਰ ਲੋਕ ਇਸ ਅਧਿਕਾਰ ਤੋਂ ਅਣਜਾਣ ਹੋ ਸਕਦੇ ਹਨ। ਫਾਸਟ ਟਰੈਕ ਡੈਪੋਟੇਸ਼ਨ 1996 ਦੇ ਕਾਨੂੰਨ ਤਹਿਤ ਬਣਾਇਆ ਗਿਆ ਸੀ ਅਤੇ 2004 ਤੋਂ ਸਰਹੱਦ ਤੇ ਰੋਕੇ ਗਏ ਲੋਕਾਂ ਲਈ ਵਿਆਪਕ ਤੌਰ ਤੇ ਵਰਤਿਆ ਜਾ ਰਿਹਾ ਹੈ। ਅਮਰੀਕਾ ਵਿੱਚ ਅੰਗਰੇਜ਼ੀ ਤੋਂ ਅਣਜਾਣ 1500 ਤੋਂ ਵੱਧ ਟਰੱਕ ਡਰਾਈਵਰਾਂ ਦੇ ਲਾਇਸੈਂਸ ਰੱਦ ਕਰਦਿਆਂ ਵਿਹਲਾ ਕੀਤਾ ਜਾ ਚੁੱਕਿਆ ਹੈ, ਜਿਨ੍ਹਾਂ ਦੇ ਵਿੱਚੋਂ 230 ਪੰਜਾਬੀ ਦੱਸੇ ਜਾ ਰਹੇ ਹਨ। ਟਰਾਂਸਪੋਰਟ ਮੰਤਰੀ ਸ਼ੌਨ ਡਫੀ ਨੇ ਕਿਹਾ ਕਿ ਅਮਰੀਕਾ ਫਸਟ ਦਾ ਮਤਲਬ ਲੋਕਾਂ ਦੀ ਸੁਰੱਖਿਆ ਸਭ ਤੋਂ ਪਹਿਲਾਂ ਬਣਦੀ ਹੈ, ਪਰ ਅੰਗਰੇਜ਼ੀ ਤੋਂ ਅਣਜਾਣ ਟਰੱਕ ਡਰਾਈਵਰ ਸੜਕਾਂ ਨੂੰ ਖਤਰਨਾਕ ਬਣਾ ਰਹੇ ਹਨ। ਟਰੱਕਿੰਗ ਖੇਤਰ ਦੇ ਜਾਣਕਾਰਾਂ ਦਾ ਕਹਿਣਾ ਹੈ ਕਿ ਹਜ਼ਾਰਾਂ ਦੀ ਗਿਣਤੀ ਵਿੱਚ ਪੰਜਾਬੀ ਡਰਾਈਵਰਾਂ ਦਾ ਗੁਜ਼ਾਰਾ ਟਰੱਕ ਚਲਾ ਕੇ ਚੱਲਦਾ ਹੈ ਅਤੇ ਹੁਣ ਅੰਗਰੇਜ਼ੀ ਆਉਣ ਦੀ ਸ਼ਰਤ ਕਾਰਨ ਸੈਂਕੜਿਆਂ ਨੂੰ ਆਪਣਾ ਪੇਸ਼ਾ ਹੀ ਬਦਲਣਾ ਪੈ ਸਕਦਾ ਹੈ। ਦੱਸ ਦਈਏ ਕਿ ਫੈਡਰਲ ਮੋਟਰ ਕੈਰੀਅਰ ਸੇਫਟੀ ਐਡਮਿਨਿਸਟ੍ਰੇਸ਼ਨ ਵੱਲੋਂ ਟਰੱਕ ਡਰਾਈਵਰਾਂ ਵਾਸਤੇ ਅੰਗਰੇਜ਼ੀ ਲਾਜ਼ਮੀ ਕਰਨ ਦੀ ਤਜਵੀਜ਼ ਪੇਸ਼ ਕੀਤੀ ਗਈ, ਪਰ ਬਰਾਕ ਓਬਾਮਾ ਦੇ ਰਾਸ਼ਟਰਪਤੀ ਹੁੰਦਿਆਂ ਇਸ ਨੂੰ ਟਾਲ ਦਿੱਤਾ ਗਿਆ। ਟਰੰਪ ਦੇ ਪਹਿਲੇ ਕਾਰਜਕਾਲ ਦੌਰਾਨ ਵੀ ਇਹ ਨਿਯਮ ਸਖਤੀ ਨਾਲ ਲਾਗੂ ਨਾ ਕੀਤਾ ਜਾ ਸਕਿਆ, ਪਰ ਇਸ ਵਾਰ ਅੰਗਰੇਜ਼ੀ ਨਾ ਆਉਣ ਤੇ ਟਰੱਕ ਡਰਾਈਵਿੰਗ ਦਾ ਪੇਸ਼ਾ ਛੱਡਣਾ ਪੈ ਰਿਹਾ ਹੈ। ਟਰਾਂਸਪੋਰਟ ਮੰਤਰਾਲੇ ਨੇ ਦਲੀਲ ਪੇਸ਼ ਕਰਦਿਆਂ ਕਿਹਾ ਹੈ ਕਿ 2019 ਵਿੱਚ ਇੱਕ ਟਰੱਕ ਡਰਾਈਵਰ ਤਕਰੀਬਨ 100 ਮੀਲ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਜਾ ਰਿਹਾ ਸੀ ਅਤੇ ਅੰਗਰੇਜ਼ੀ ਨਾ ਆਉਂਦੀ ਹੋਣ ਕਾਰਨ ਕੋਈ ਸਾਈਨ ਨਾ ਪੜ੍ਹ ਸਕਿਆ ਅਤੇ ਅੱਗੇ ਜਾ ਕੇ ਵਾਪਰੇ ਹੋਣਹਾਰ ਹਾਦਸੇ ਦੌਰਾਨ 4 ਜਣਿਆਂ ਦੀ ਮੌਤ ਹੋ ਗਈ। ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਅਪ੍ਰੈਲ ਵਿੱਚ ਜਾਰੀ ਕਾਰਜਕਾਰੀ ਹੁਕਮਾਂ ਤਹਿਤ ਟਰੱਕ ਡਰਾਈਵਰਾਂ ਵਾਸਤੇ ਅੰਗਰੇਜ਼ੀ ਲਾਜ਼ਮੀ ਕੀਤੀ ਗਈ ਅਤੇ ਟਰਾਂਸਪੋਰਟੇਸ਼ਨ ਉਦਯੋਗ ਨੇ ਇਸ ਦੀ ਡਟਵੀਂ ਹਮਾਇਤ ਕੀਤੀ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਦਾਅਵਿਆਂ ਦੇ ਉਲਟ ਇੱਕ ਨਿਊਜ਼ ਰਿਪੋਰਟ ਦੇ ਅਨੁਸਾਰ ਭਾਰਤ ਰੂਸ ਤੋਂ ਤੇਲ ਖਰੀਦਣਾ ਜਾਰੀ ਰੱਖੇਗਾ।
ਨਿਊਜ਼ ਏਜੰਸੀ ਦੇ ਸੂਤਰਾਂ ਦੇ ਹਵਾਲੇ ਦੇ ਨਾਲ ਕਿਹਾ ਗਿਆ ਹੈ ਕਿ ਭਾਰਤੀ ਤੇਲ ਰਿਫਾਈਨਰੀਜ਼ ਅਜੇ ਵੀ ਰੂਸੀ ਸਪਲਾਇਰਸ ਤੋਂ ਤੇਲ ਖਰੀਦ ਰਹੀਆਂ ਹਨ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਰਿਫਾਈਨਰੀਆਂ ਨਾਲ ਕਾਰੋਬਾਰੀ ਫੈਸਲੇ ਆਰਥਿਕ ਕਾਰਕਾਂ ਜਿਵੇਂ ਕਿ ਕੀਮਤ, ਗੁਣਵੱਤਾ, ਸਟੋਰੇਜ ਅਤੇ ਲੌਜਿਸਟਿਕ ਤੇ ਆਧਾਰਿਤ ਹੁੰਦੇ ਹਨ। ਭਾਰਤ ਨੇ ਇੱਕ ਜ਼ਿੰਮੇਵਾਰ ਵਿਸ਼ਵ ਵਿਆਪੀ ਊਰਜਾ ਦੇ ਅਦਾਕਾਰ ਵਜੋਂ ਕੰਮ ਕੀਤਾ ਹੈ ਅਤੇ ਇਹ ਯਕੀਨੀ ਬਣਾਇਆ ਹੈ ਕਿ ਬਾਜ਼ਾਰ ਵਿੱਚ ਕੀਮਤਾਂ ਸਥਿਰ ਰਹਿਣ। ਇਹ ਵੀ ਦੱਸਿਆ ਗਿਆ ਹੈ ਕਿ ਰੂਸੀ ਤੇਲ ਤੇ ਕਦੇ ਵੀ ਪਾਬੰਦੀ ਨਹੀਂ ਲਗਾਈ ਗਈ ਸੀ, ਸਗੋਂ ਇਸ ਨੂੰ G7 EU ਦੀ ਕੀਮਤ ਕੈਪ ਵਿਧੀ ਦੇ ਅਧੀਨ ਰੱਖਿਆ ਗਿਆ ਸੀ, ਜਿਸ ਦਾ ਉਦੇਸ਼ ਵਿਸ਼ਵ ਵਿਆਪੀ ਸਪਲਾਈ ਨੂੰ ਯਕੀਨੀ ਬਣਾਉਣਾ ਸੀ। ਭਾਰਤ ਦੀਆਂ ਖਰੀਦਾਂ ਪੂਰੀ ਤਰ੍ਹਾਂ ਜਾਇਜ਼ ਹਨ ਅਤੇ ਅੰਤਰਰਾਸ਼ਟਰੀ ਨਿਯਮਾਂ ਦੇ ਅੰਦਰ ਹੀ ਹਨ। ਪਿਛਲੇ ਦਾਅਵੇ ਅਤੇ ਅਮਰੀਕੀ ਦਬਾਅ ਇਸ ਤੋਂ ਪਹਿਲਾਂ ਕੁਝ ਮੀਡੀਆ ਰਿਪੋਰਟਾਂ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਭਾਰਤ ਨੇ ਰੂਸ ਤੋਂ ਤੇਲ ਖਰੀਦਣਾ ਬੰਦ ਕਰ ਦਿੱਤਾ ਹੈ। ਇਹ ਖਬਰਾਂ ਉਦੋਂ ਸਾਹਮਣੇ ਆਈਆਂ ਸਨ ਜਦੋਂ ਡੋਨਾਲਡ ਟਰੰਪ ਨੇ ਰੂਸ ਤੋਂ ਤੇਲ ਖਰੀਦਣ ਲਈ ਭਾਰਤ ਤੇ ਟੈਰਿਫ ਅਤੇ ਜੁਰਮਾਨੇ ਲਗਾਉਣ ਦੀ ਧਮਕੀ ਦਿੱਤੀ ਸੀ। ਹਾਲਾਂਕਿ ਇਹ ਨਵੀਂ ਰਿਪੋਰਟ ਦਰਸਾਉਂਦੀ ਹੈ ਕਿ ਭਾਰਤ ਆਪਣੇ ਵਪਾਰਕ ਹਿੱਤਾਂ ਦੇ ਆਧਾਰ ਤੇ ਤੇਲ ਦੀ ਖਰੀਦ ਜਾਰੀ ਰੱਖ ਰਿਹਾ ਹੈ। ਪਾਕਿਸਤਾਨ ਵਿੱਚ ਅੱਤਵਾਦ ਦੇ ਖਤਰੇ ਨੂੰ ਦੇਖਦੇ ਹੋਏ ਅਮਰੀਕਾ ਅਤੇ ਯੂਕੇ ਨੇ ਆਪਣੇ ਨਾਗਰਿਕਾਂ ਲਈ ਐਡਵਾਈਜ਼ਰੀ ਜਾਰੀ ਕੀਤੀ ਹੈ। ਤਾਜ਼ਾ ਜਾਣਕਾਰੀ ਮੁਤਾਬਕ ਕਰਾਚੀ ਵਿੱਚ ਸਥਿਤ ਅਮਰੀਕੀ ਕੰਸੂਲੇਟ ਨੇ ਆਪਣੇ ਡਿਪਲੋਮੈਟਿਕ ਸਟਾਫ ਅਤੇ ਸ਼ਹਿਰ ਵਿੱਚ ਰਹਿਣ ਵਾਲੇ ਨਾਗਰਿਕਾਂ ਨੂੰ ਸਾਵਧਾਨੀ ਵਰਤਣ ਦੀ ਸਲਾਹ ਦਿੱਤੀ ਹੈ। ਨਿਊਜ਼ ਏਜੰਸੀ ਦੇ ਅਕੋਰਡਿੰਗ ਅਮਰੀਕੀ ਕੰਸੂਲੇਟ ਦੇ ਬੁਲਾਰੇ ਨੇ ਕਿਹਾ ਹੈ ਕਿ ਨਾਗਰਿਕਾਂ ਨੂੰ ਭੀੜ ਭੜੱਕੇ ਵਾਲੀਆਂ ਥਾਵਾਂ ਤੇ ਜਾਣ ਅਤੇ ਬੇਲੋੜੀ ਯਾਤਰਾਵਾਂ ਕਰਨ ਤੋਂ ਬਚਣਾ ਚਾਹੀਦਾ ਹੈ। ਇੱਕ ਸੁਰੱਖਿਆ ਚੇਤਾਵਨੀ ਵਿੱਚ ਕਿਹਾ ਗਿਆ ਹੈ ਕਿ ਕਰਾਚੀ ਸਥਿਤ ਅਮਰੀਕੀ ਕੰਸੂਲੇਟ ਜਨਰਲ ਨੂੰ ਕਰਾਚੀ ਦੇ ਉੱਚ ਪੱਧਰੀ ਹੋਟਲਾਂ ਤੇ ਖਤਰੇ ਦੀ ਰਿਪੋਰਟ ਮਿਲੀ ਹੈ। ਅਜਿਹੇ ਖਤਰੇ ਦੇ ਮੱਦੇਨਜ਼ਰ ਕਰਾਚੀ ਵਿੱਚ ਅਮਰੀਕੀ ਕੰਸੂਲੇਟ ਜਨਰਲ ਨੇ ਇਨ੍ਹਾਂ ਹੋਟਲਾਂ ਵਿੱਚ ਅਮਰੀਕੀ ਸਰਕਾਰੀ ਕਰਮਚਾਰੀਆਂ ਦੇ ਦੌਰੇ ਨੂੰ ਅਸਥਾਈ ਤੌਰ ਤੇ ਸੀਮਿਤ ਕਰ ਦਿੱਤਾ ਹੈ। ਨਾਲ ਹੀ ਸੈਲਾਨੀ ਆਕਰਸ਼ਣਾਂ, ਹੋਟਲਾਂ, ਬਾਜ਼ਾਰਾਂ, ਸ਼ਾਪਿੰਗ ਮਾਲਸ ਅਤੇ ਰੈਸਟੋਰੈਂਟ ਵਰਗੇ ਖੇਤਰਾਂ ਨੂੰ ਅਮਰੀਕੀ ਸਰਕਾਰੀ ਕਰਮਚਾਰੀਆਂ ਲਈ ਪਾਬੰਦੀ ਸ਼ੁਰੂ ਕਰ ਦਿੱਤਾ ਹੈ। ਇਸ ਨੇ ਆਪਣੇ ਨਾਗਰਿਕਾਂ ਨੂੰ ਭੀੜ ਤੋਂ ਬਚਣ, ਘੱਟ ਪ੍ਰੋਫਾਈਲ ਰੱਖਣ ਅਤੇ ਆਲੇ ਦੁਆਲੇ ਤੋਂ ਸਾਵਧਾਨ ਰਹਿਣ ਲਈ ਕਿਹਾ ਹੈ। ਇਸ ਦੌਰਾਨ ਯੂਕੇ ਨੇ ਵੀ ਚੇਤਾਵਨੀ ਜਾਰੀ ਕੀਤੀ ਹੈ ਅਤੇ ਕਿਹਾ ਹੈ ਕਿ ਗਲੋਬਲ ਪੱਧਰ ਤੇ ਅੱਤਵਾਦੀ ਹਮਲੇ ਦਾ ਖਤਰਾ ਮੰਡਰਾ ਰਿਹਾ ਹੈ, ਜਿਸ ਨਾਲ ਯੂਕੇ ਦੇ ਹਿੱਤਾਂ ਅਤੇ ਬ੍ਰਿਟਿਸ਼ ਨਾਗਰਿਕਾਂ ਨੂੰ ਨੁਕਸਾਨ ਪਹੁੰਚ ਰਿਹਾ ਹੈ। ਇਨ੍ਹਾਂ ਵਿੱਚ ਅਜਿਹੇ ਸਮੂਹ ਅਤੇ ਵਿਅਕਤੀ ਵੀ ਸ਼ਾਮਲ ਹਨ ਜੋ ਯੂਕੇ ਅਤੇ ਬ੍ਰਿਟਿਸ਼ ਨਾਗਰਿਕਾਂ ਨੂੰ ਨਿਸ਼ਾਨਾ ਮੰਨਦੇ ਹਨ। ਇਸ ਲਈ ਹਰ ਸਮੇਂ ਆਪਣੇ ਆਲੇ ਦੁਆਲੇ ਤੋਂ ਸੁਚੇਤ ਰਹੋ। ਯੂਕੇ ਦੀ ਵਿਦੇਸ਼ ਯਾਤਰਾ ਸਲਾਹ ਵਿੱਚ ਇਹ ਕਿਹਾ ਗਿਆ ਹੈ। ਪਾਕਿਸਤਾਨ ਵਿੱਚ ਕੰਮ ਕਰ ਰਹੇ ਅੱਤਵਾਦੀ ਸਮੂਹਾਂ ਵਿੱਚ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ ਯਾਨੀ TTP, ਤਹਿਰੀਕ-ਏ-ਜਿਹਾਦ ਪਾਕਿਸਤਾਨ ਯਾਨੀ TJP, ਬਲੋਚਿਸਤਾਨ ਵੱਖਵਾਦੀ, ਇਸਲਾਮਿਕ ਸਟੇਟ ਖੁਰਾਸਨ ਪ੍ਰਾਂਤ, ਅਲ-ਕਾਇਦਾ ਸ਼ਾਮਲ ਹਨ। ਕੈਨੇਡਾ ਦੇ ਵਿੱਚ ਭਾਰਤੀ ਮੂਲ ਦੇ ਲੋਕਾਂ ਦਾ ਰੱਬ ਹੀ ਰੱਖਾ ਹੈ। ਜੀ ਹਾਂ, ਗੈਂਗਸਟਰਾਂ ਨੇ ਹੁਣ ਘਰਾਂ ਵਿੱਚ ਦਾਖਲ ਹੋ ਕੇ ਗੋਲੀਆਂ ਮਾਰਨ ਦਾ ਸਿਲਸਿਲਾ ਸ਼ੁਰੂ ਕਰ ਦਿੱਤਾ ਹੈ ਅਤੇ ਮੁਲਕ ਵਿੱਚ ਕੋਈ ਥਾਂ ਸੁਰੱਖਿਅਤ ਨਹੀਂ ਰਹਿ ਗਈ। ਬਰੈਂਪਟਨ ਦੇ ਸਪਰਿੰਗ ਵਿਊ ਡਰਾਈਵ ਅਤੇ ਸਿਲਕਵੁੱਡ ਕ੍ਰੈਸੈਂਟ ਇਲਾਕੇ ਵਿੱਚ ਵੀਰਵਾਰ ਵੱਡੇ ਧੜਕੇ ਵਾਪਰੀ ਵਾਰਦਾਤ ਨੇ ਸੁੱਖੂ ਪਰਿਵਾਰ ਨੂੰ ਝੰਜੋੜ ਕੇ ਰੱਖ ਦਿੱਤਾ, ਜਦਕਿ ਗੁਆਂਢੀਆਂ ਦੇ ਵੀ ਹੋਸ਼ ਉੱਡੇ ਹੋਏ ਹਨ। ਇੱਕ ਰਿਪੋਰਟ ਦੇ ਮੁਤਾਬਕ ਕਮਲਾ ਸੁੱਖੂ ਨੇ ਦੱਸਿਆ ਕਿ 2 ਸ਼ੱਕੀ ਉਹਨਾਂ ਦੇ ਘਰ ਦਾਖਲ ਹੋਏ ਅਤੇ ਉਹਨਾਂ ਦੇ ਪਤੀ ਨੂੰ ਗੋਲੀ ਮਾਰ ਦਿੱਤੀ। ਕਮਲਾ ਸੁੱਖੂ ਨੇ ਕਿਹਾ ਕਿ ਵਾਰਦਾਤ ਦੇ ਮੱਦੇਨਜ਼ਰ ਉਹਨਾਂ ਨੇ ਬਰੈਂਪਟਨ ਛੱਡ ਕੇ ਜਾਣ ਦਾ ਫੈਸਲਾ ਕਰ ਲਿਆ। ਹੁਣ ਇੱਥੇ ਰਹਿਣ ਦਾ ਮਤਲਬ ਹੀ ਪੈਦਾ ਨਹੀਂ ਹੁੰਦਾ, ਉਹਨਾਂ ਨੇ ਕਿਹਾ। ਕਮਲਾ ਸੁੱਖੂ ਨੇ ਮੰਗ ਕੀਤੀ ਕਿ ਉਹਨਾਂ ਦੇ ਪਤੀ ਨੂੰ ਗੋਲੀ ਮਾਰਨ ਵਾਲੇ ਜੇਲ੍ਹ ਵਿੱਚ ਹੋਣੇ ਚਾਹੀਦੇ ਹਨ। ਉਧਰ ਪੀਲ ਰੀਜਨਲ ਪੁਲਿਸ ਨੇ ਦੱਸਿਆ ਕਿ ਕਮਲਾ ਸੁੱਖੂ ਦੇ ਪਤੀ ਦੀ ਹਾਲਤ ਖਤਰੇ ਤੋਂ ਬਾਹਰ ਹੈ, ਪਰ ਫਿਲਹਾਲ ਇਸ ਮਾਮਲੇ ਵਿੱਚ ਕੋਈ ਗ੍ਰਿਫਤਾਰੀ ਨਹੀਂ ਕੀਤੀ ਗਈ। ਇਸੇ ਦੌਰਾਨ ਕਮਲਾ ਸੁੱਖੂ ਦੇ ਇੱਕ ਗੁਆਂਢੀ ਕੈਲ ਨੇਪਾਲ ਨੇ ਕਿਹਾ ਕਿ ਸ਼ੱਕੀਆਂ ਨੇ ਘਰ ਅੰਦਰ ਦਾਖਲ ਹੋਣ ਲਈ ਪਹਿਲਾਂ ਸਾਈਡ ਲਾਈਟ ਵਿੰਡੋ ਤੋੜੀ ਅਤੇ ਫਿਰ ਆਸਾਨੀ ਦੇ ਨਾਲ ਅੰਦਰ ਵੜ ਗਏ। ਉਹਨਾਂ ਨੇ ਸਵਾਲੀਆ ਲਹਿਜੇ ਵਿੱਚ ਕਿਹਾ ਕਿ ਜੇ ਅਜਿਹੀ ਵਾਰਦਾਤ ਮੇਰੇ ਗੁਆਂਢੀ ਨਾਲ ਹੋ ਸਕਦੀ ਹੈ ਤਾਂ ਮੇਰੇ ਨਾਲ ਕੀ ਵਾਪਰੇਗਾ। ਕੈਲ ਨੇਪਾਲ ਨੇ ਦਾਅਵਾ ਕੀਤਾ ਕਿ ਉਸ ਦਾ ਗੁਆਂਢੀ ਦਾ ਕਿਸੇ ਅਪਰਾਧਕ ਸਰਗਰਮੀ ਦੇ ਨਾਲ ਕੋਈ ਵੀ ਵਾਸਤਾ ਨਹੀਂ ਹੈ। ਤਾਜ਼ਾ ਵਾਰਦਾਤ ਤੋਂ ਕੁਝ ਹਫ਼ਤੇ ਪਹਿਲਾਂ ਹੀ ਚੋਰ ਸੁੱਖੂ ਪਰਿਵਾਰ ਦੇ ਘਰ ਵਿੱਚ ਦਾਖਲ ਹੋਏ ਅਤੇ ਸ਼ੂਜ਼ ਲੈ ਕੇ ਫਰਾਰ ਹੋ ਗਏ, ਪਰ ਇਸ ਵਾਰ ਘਰੋਂ ਕੁਝ ਗਾਇਬ ਨਹੀਂ ਹੋਇਆ। ਪੀਲ ਰੀਜਨਲ ਪੁਲਿਸ ਨੇ ਕਿਹਾ ਸੀ ਕਿ ਇਸ ਘਰ ਵਿੱਚ ਪਿਛਲੇ ਸਮੇਂ ਦੌਰਾਨ ਵਾਪਰੀਆਂ ਘਟਨਾਵਾਂ ਦੀ ਤਸਦੀਕ ਨਹੀਂ ਕੀਤੀ ਜਾ ਸਕਦੀ ਅਤੇ ਨਾ ਹੀ ਕੋਈ ਜਾਣਕਾਰੀ ਸਾਂਝੀ ਕੀਤੀ ਜਾ ਸਕਦੀ ਹੈ। ਕਾਂਸਟੇਬਲ ਟਾਇਲਰ ਬੈਲ ਦਾ ਕਹਿਣਾ ਸੀ ਕਿ ਪਹਿਲਾਂ ਵਾਪਰੀ ਕਿਸੇ ਵਾਰਦਾਤ ਨੂੰ ਤਾਜ਼ਾ ਵਾਰਦਾਤ ਦੀ ਪੜਤਾਲ ਨਾਲ ਜੋੜਿਆ ਜਾ ਸਕਦਾ ਹੈ। ਪੁਲਿਸ ਵੱਲੋਂ ਲੋਕਾਂ ਨੂੰ ਸੁਝਾਅ ਦਿੱਤਾ ਗਿਆ ਕਿ ਹੋਮ ਸਿਕਿਉਰਿਟੀ ਸਿਸਟਮ ਲਗਵਾਏ ਜਾਣ। ਦੂਜੇ ਪਾਸੇ ਬਰੈਂਪਟਨ ਵਿਖੇ ਸ਼ਰੇਆਮ ਮਹਿੰਗੀ ਗੱਡੀ ਖੋਹਣ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ। ਇੱਕ ਪਾਰਕਿੰਗ ਲੋਟ ਦੇ ਵਿੱਚ ਗੱਡੀ ਨੂੰ ਸ਼ਰੇਆਮ ਲੈ ਕੇ ਜਾਂਦਾ ਹੋਇਆ ਸ਼ਖਸ ਨੂੰ ਦੇਖਿਆ ਜਾ ਸਕਦਾ ਹੈ। ਇਹ ਵੀਡੀਓ ਵਾਇਰਲ ਹੋ ਰਹੀ ਹੈ।
ਅਤੇ ਕੁਝ ਜਣੇ ਰੋਲਸ ਰੋਇਸ ਦੇ ਮਾਲਕ ਨੂੰ ਘੇਰ ਲੈਂਦੇ ਹਨ ਅਤੇ ਧੱਕਾ ਮੁੱਕੀ ਕਰਦਿਆਂ ਗੱਡੀ ਲੈ ਕੇ ਫਰਾਰ ਹੋ ਜਾਂਦੇ ਨੇ। ਤੁਹਾਨੂੰ ਦੱਸ ਦਈਏ ਕਿ ਪਿਛਲੇ 1 ਮਹੀਨੇ ਦੌਰਾਨ ਬਰੈਂਪਟਨ ਅਤੇ ਮਿਸੀਸਾਗਾ ਵਿਖੇ 391 ਗੱਡੀਆਂ ਚੋਰੀ ਹੋ ਚੁੱਕੀਆਂ ਹਨ। ਈਰਾਨ 'ਚ 2000 ਤੋਂ ਬਾਅਦ ਮੌਲਵੀਆਂ ਨੇ ਖੁੱਲ੍ਹ ਕੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੀ ਹੱਤਿਆ ਦੀ ਮੰਗ ਕੀਤੀ। ਇਹਨਾਂ ਮੌਲਵੀਆਂ ਨੇ ਕਿਹਾ ਕਿ ਟਰੰਪ ਦਾ ਖੂਨ ਹਲਾਲ ਹੈ, ਅਰਥਾਤ ਕੋਈ ਵੀ ਉਹਨਾਂ ਨੂੰ ਖਤਮ ਕਰ ਦੇਵੇ ਤਾਂ ਗੁਨਾਹ ਨਹੀਂ ਹੈ। ਮੌਲਵੀਆਂ ਨੇ ਕਿਹਾ ਕਿ ਜਨਰਲ ਕਾਸਿਮ ਸੁਲੇਮਾਨੀ ਦੀ ਹੱਤਿਆ ਦਾ ਬਦਲਾ ਲੈਣਾ ਹਰ ਮੁਸਲਮਾਨ ਦਾ ਫਰਜ਼ ਹੈ। ਇਹ ਬਿਆਨ 1 ਅਗਸਤ ਨੂੰ ਈਰਾਨ ਦੇ ਸਭ ਤੋਂ ਵੱਡੇ ਧਾਰਮਿਕ ਸਿੱਖਿਆ ਕੇਂਦਰ ਕੁਮ ਸੈਮੀਨਰੀ ਵੱਲੋਂ ਜਾਰੀ ਕੀਤਾ ਗਿਆ। ਇਸ ਵਿੱਚ ਕਿਹਾ ਗਿਆ ਕਿ ਹੁਣ ਸਬਰ ਦਾ ਦੌਰ ਖਤਮ ਹੋ ਗਿਆ। ਟਰੰਪ ਦਾ ਖੂਨ ਤੇ ਉਸ ਦੀ ਜਾਇਦਾਦ ਹੁਣ ਹਲਾਲ ਹੈ। ਇਹ ਖੂਨੀ ਅਪਰਾਧੀ ਹੁਣ ਨਹੀਂ ਬਚੇਗਾ। ਦੁਨੀਆ ਚੁੱਪ ਨਹੀਂ ਬੈਠੇਗੀ, ਬਦਲਾ ਜ਼ਰੂਰ ਲਿਆ ਜਾਵੇਗਾ। ਜਨਰਲ ਕਾਸਿਮ ਸੁਲੇਮਾਨੀ ਈਰਾਨ ਦੇ ਤਾਕਤਵਰ ਫੌਜੀ ਅਧਿਕਾਰੀ ਸਨ, ਜਿਨ੍ਹਾਂ ਨੂੰ 2020 ਵਿੱਚ ਬਗਦਾਦ ਵਿੱਚ ਅਮਰੀਕੀ ਡਰੋਨ ਹਮਲੇ ਵਿੱਚ ਮਾਰ ਦਿੱਤਾ ਗਿਆ ਸੀ। ਉਹ ਇਰਾਕ ਤੇ ਸੀਰੀਆ ਵਿੱਚ ਅੱਤਵਾਦੀ ਸੰਗਠਨ ਇਸਲਾਮਿਕ ਸਟੇਟ ਖਿਲਾਫ ਲੜਨ ਲਈ ਜਾਣੇ ਜਾਂਦੇ ਸਨ। ਈਰਾਨ ਨੇ 2023 ਵਿੱਚ ਵੀ ਟਰੰਪ ਨੂੰ ਮਾਰਨ ਦੀ ਧਮਕੀ ਦਿੱਤੀ ਸੀ। ਈਰਾਨ ਦੇ ਰੈਵੋਲੂਸ਼ਨਰੀ ਗਾਰਡ ਐਰੋਸਪੇਸ ਫੋਰਸ ਦੇ ਤਤਕਾਲੀਨ ਹੈੱਡ ਅਮੀਰਾਲੀ ਨੇ ਕਿਹਾ ਸੀ ਕਿ ਰੱਬ ਨੇ ਚਾਹਿਆ ਤਾਂ ਅਸੀਂ ਟਰੰਪ ਨੂੰ ਜ਼ਰੂਰ ਮਾਰਾਂਗੇ। ਅਸੀਂ ਉਹਨਾਂ ਸਾਰੇ ਮਿਲਟਰੀ ਕਮਾਂਡਰਾਂ ਨੂੰ ਮਾਰਨਾ ਚਾਹੁੰਦੇ ਹਾਂ ਜੋ ਇਰਾਨੀ ਫੌਜੀ ਕਮਾਂਡਰ ਕਾਸਿਮ ਸੁਲੇਮਾਨੀ ਦੀ ਹੱਤਿਆ ਵਿੱਚ ਸ਼ਾਮਲ ਸਨ। ਅਸਲ 'ਚ 3 ਜਨਵਰੀ 2020 ਨੂੰ ਉਸ ਵੇਲੇ ਦੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਹੁਕਮ ਤੇ ਉਹਨਾਂ ਦੀ ਫੌਜ ਤੇ CIA ਨੇ ਮਿਲ ਕੇ ਕਾਸਿਮ ਸੁਲੇਮਾਨੀ ਨੂੰ ਮਾਰਿਆ ਸੀ। 2019 ਚ ਜਦੋਂ ਟਰੰਪ ਨੇ ਈਰਾਨ ਨੂੰ ਪਰਮਾਣੂ ਸਮਝੌਤਾ ਤੋੜਨ ਲਈ ਤਬਾਹੀ ਕਰਨ ਦੀ ਧਮਕੀ ਦਿੱਤੀ ਸੀ ਤਾਂ ਜਨਰਲ ਕਾਸਿਮ ਨੇ ਕਿਹਾ ਸੀ ਕਿ ਟਰੰਪ ਨੇ ਜੰਗ ਸ਼ੁਰੂ ਕੀਤੀ ਤਾਂ ਖਤਮ ਅਸੀਂ ਕਰਾਂਗੇ। ਸੁਲੇਮਾਨੀ ਦੀ ਮੌਤ ਤੋਂ ਬਾਅਦ ਈਰਾਨ ਨੇ ਵੀ ਬਗਦਾਦ 'ਚ ਅਮਰੀਕੀ ਐਮਬੈਸੀ ਤੇ 7-8 ਜਨਵਰੀ 2020 ਨੂੰ ਹਮਲੇ ਕੀਤੇ ਸਨ। ਉਸਨੇ ਅਮਰੀਕੀ ਫੌਜੀ ਕੈਂਪਾਂ ਤੇ 22 ਮਿਜ਼ਾਈਲਾਂ ਦਾਗੀਆਂ ਸਨ। ਈਰਾਨ ਨੇ ਦਾਅਵਾ ਕੀਤਾ ਸੀ ਕਿ ਇਸ ਹਮਲੇ ਵਿੱਚ ਅਮਰੀਕਾ ਦੇ 80 ਫੌਜੀ ਮਾਰੇ ਗਏ ਸਨ। ਕੈਨੇਡਾ ਦੇ ਵਿੱਚ 5 ਪੰਜਾਬੀਆਂ ਦੇ ਨਾਲ ਦੁਸ਼ਮਣੀ ਦੀ ਕੀਮਤ 19 ਸਾਲ ਦੇ ਨੌਜਵਾਨ ਨੂੰ ਆਪਣੀ ਜਾਨ ਦੇ ਨਾਲ ਚੁਕਾਉਣੀ ਪਈ। ਜੀ ਹਾਂ, ਨੌਜਵਾਨ ਨੂੰ ਬੰਦੀ ਬਣਾ ਕੇ ਇੰਨੇ ਤਸੀਹੇ ਦਿੱਤੇ ਗਏ ਕਿ ਉਹ ਜ਼ਖਮਾਂ ਦੀ ਤਾਬ ਨਾ ਚੱਲਦਾ ਹੋਇਆ ਹਸਪਤਾਲ ਵਿੱਚ ਦਮ ਤੋੜ ਗਿਆ। ਇੰਟੀਗ੍ਰੇਟਿਡ ਹੋਮਿਸਾਈਡ ਇਨਵੈਸਟੀਗੇਸ਼ਨ ਟੀਮ ਨੇ ਦੱਸਿਆ ਕਿ ਵਿਨੀਪੈਗ ਦੇ 21 ਸਾਲਾਂ ਦੇ ਰਵਦੀਪ ਗਿੱਲ, ਬਰੈਂਪਟਨ ਦੇ 26 ਸਾਲਾਂ ਦੇ ਹਰਮਨਦੀਪ ਗਿੱਲ, ਸਰੀ ਦੇ 20 ਸਾਲਾਂ ਦੇ ਜਸਕਰਨ ਸਿੰਘ ਅਤੇ ਸਰੀ ਦੇ ਹੀ ਬਿਮਨਪ੍ਰੀਤ ਸਿੰਘ ਵਿਰੁੱਧ ਪਹਿਲੇ ਦਰਜੇ ਦੀ ਹੱਤਿਆ ਦੇ ਦੋਸ਼ ਆਇਦ ਕੀਤੇ ਗਏ ਹਨ। ਇਸ ਤੋਂ ਇਲਾਵਾ ਐਪਸਫੋਰਡ ਦੇ 19 ਸਾਲਾਂ ਦੇ ਇੰਦਰਪ੍ਰੀਤ ਖੋਸਾ ਵਿਰੁੱਧ ਬੰਦੀ ਬਣਾਉਣ ਦੇ ਦੋਸ਼ ਲੱਗੇ ਹਨ। ਇੱਥੇ ਦੱਸਣਾ ਬੰਦ ਹੈ ਕਿ 27 ਜਨਵਰੀ 2025 ਨੂੰ ਵੱਡੇ ਤੜਕੇ ਤਕਰੀਬਨ 2 ਵਜੇ ਐਪਸਫੋਰਡ ਪੁਲਿਸ ਨੂੰ ਸ਼ਹਿਰ ਦੀ ਵਿਕਟੋਰੀਆ ਸਟਰੀਟ ਦੇ 2900 ਬਲਾਕ ਵਿੱਚ ਸ਼ੱਕੀ ਸਰਗਰਮੀਆਂ ਦੀ ਇਤਲਾਹ ਮਿਲੀ ਅਤੇ ਗਵਾਹਾਂ ਨੇ ਦੱਸਿਆ ਕਿ ਕੁਝ ਲੋਕ ਇੱਕ ਸ਼ਖਸ ਦੀ ਕੁੱਟਮਾਰ ਕਰਨ ਮਗਰੋਂ ਉਸ ਨੂੰ ਗੱਡੀ ਵਿੱਚ ਬਿਠਾ ਕੇ ਲੈ ਗਏ। ਤਕਰੀਬਨ 3 ਘੰਟੇ ਬਾਅਦ 19 ਸਾਲ ਦਾ ਪੀੜਿਤ ਸਰੀ ਦੇ ਕ੍ਰੈਂਸੈਂਟ ਬੀਚ ਇਲਾਕੇ ਵਿੱਚ ਗੰਭੀਰ ਜ਼ਖਮੀ ਹਾਲਤ ਵਿੱਚ ਮਿਲਿਆ, ਜਿਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ। 1 ਫਰਵਰੀ ਨੂੰ ਪੀੜਿਤ ਨੇ ਜ਼ਖਮਾਂ ਦੀ ਤਾਬ ਨਾ ਚਲਦਿਆਂ ਦਮ ਤੋੜ ਦਿੱਤਾ ਅਤੇ ਆਈ ਹਿੱਟ ਨੇ ਪੜਤਾਲ ਆਪਣੇ ਹੱਥਾਂ ਵਿੱਚ ਲੈ ਲਈ। ਮੁੱਢਲੀ ਤੌਰ ਤੇ ਇਹ ਮਾਮਲਾ BC ਦੇ ਗੈਂਗਸਟਰਾਂ ਨਾਲ ਸੰਬੰਧਿਤ ਮਹਿਸੂਸ ਨਾ ਹੋਇਆ ਅਤੇ ਵੱਖ-ਵੱਖ ਪੁਲਿਸ ਮਹਿਕਮਿਆਂ ਦੀ ਮਦਦ ਨਾਲ ਸ਼ੱਕੀਆਂ ਬਾਰੇ ਜਾਣਕਾਰੀ ਇਕੱਤਰਿਤ ਕਰਦਿਆਂ ਪੜਤਾਲ ਮੁਕੰਮਲ ਕੀਤੀ ਗਈ। 1 ਅਗਸਤ ਨੂੰ BC ਦੇ ਪ੍ਰੋਸੀਕਿਊਸ਼ਨ ਸਰਵਿਸ ਨੇ 19 ਸਾਲ ਦੇ ਨੌਜਵਾਨ ਦੇ ਕਤਲ ਮਾਮਲੇ ਵਿੱਚ 5 ਜਣਿਆਂ ਵਿਰੁੱਧ ਦੋਸ਼ ਆਇਦ ਕਰ ਦਿੱਤੇ। ਆਈ ਹਿੱਟ ਦੇ ਕਾਰਪੋਰਲ ਮੁਖੀ ਡੇਸੀ ਵੱਲੋਂ ਮਾਮਲੇ ਦੀ ਪੜਤਾਲ ਦੌਰਾਨ ਐਪਸਫੋਰਡ ਪੁਲਿਸ RCMP ਦੇ ਸਰੀ ਪ੍ਰੋਫੈਸ਼ਨਲ ਆਪਰੇਸ਼ਨਸ ਯੂਨਿਟ, ਸਰੀ ਪੁਲਿਸ ਸਰਵਿਸ ਅਤੇ ਇੰਟੀਗ੍ਰੇਟਿਡ ਫੋਰੈਂਸਿਕ ਆਇਡੈਂਟੀਫਿਕੇਸ਼ਨ ਸਰਵਿਸ, BC ਕੋਰਨਰ ਸਰਵਿਸ, ਵਿਨੀਪੈਗ ਪੁਲਿਸ ਅਤੇ ਮੈਨੀਟੋਬਾ RCMP ਤੋਂ ਮਿਲੇ ਸਹਿਯੋਗ ਤੇ ਸ਼ੁਕਰੀਆ ਅਦਾ ਕੀਤਾ ਗਿਆ। ਦੂਜੇ ਪਾਸੇ ਓਨਟਾਰੀਓ ਦੀ 12 ਸਾਲਾਂ ਦੀ ਕੁੜੀ ਨਾਲ ਜਬਰ ਜਨਾਹ ਮਗਰੋਂ ਕਤਲ ਕਰਨ ਵਾਲੇ ਨੋਵਾ ਸਕੋਸ਼ੀਆ ਦੇ ਖਤਰਨਾਕ ਅਪਰਾਧੀ ਨੂੰ ਪੈਰੋਲ ਤੇ ਰਿਹਾ ਕਰ ਦਿੱਤਾ ਗਿਆ। ਹੈਲੀਫੈਕਸ ਰੀਜਨਲ ਪੁਲਿਸ ਨੇ ਦੱਸਿਆ ਕਿ 73 ਸਾਲ ਦਾ ਖਤਰਨਾਕ ਅਪਰਾਧੀ ਡਾਰਟਮਥ ਵਿਖੇ ਰਹਿ ਰਿਹਾ ਸੀ। ਨੈਸ਼ਨਲ ਪੋਸਟ ਦੀ ਰਿਪੋਰਟ ਮੁਤਾਬਕ ਦਸੰਬਰ 1987 ਵਿੱਚ ਵਾਪਰੀ ਵਾਰਦਾਤ ਦੌਰਾਨ ਕਾਤਲ ਨੇ ਬਰੈਂਪਟਨ ਦੀ ਟ੍ਰੀਨਾ ਕੈਂਪਬੈਲ ਦੀ ਲਾਸ਼ ਖੁਰਦ-ਬੁਰਦ ਕਰਨ ਦੇ ਇਰਾਦੇ ਨਾਲ ਉਸ ਦਾ ਸਿਰ ਵੱਢ ਦਿੱਤਾ। ਕਾਤਲ ਦਾ ਅਪਰਾਧਕ ਪਿਛੋਕੜ 1968 ਤੋਂ ਸ਼ੁਰੂ ਹੁੰਦਾ ਹੈ, ਜਦੋਂ ਉਸ ਘਰਾਂ ਦੇ ਵਿੱਚ ਚੋਰੀਆਂ ਤੇ ਗੱਡੀਆਂ ਚੋਰੀ ਕਰਨ ਵਰਗੀਆਂ ਵਾਰਦਾਤਾਂ ਕੀਤੀਆਂ। ਪੈਰੋਲ ਸ਼ਰਤਾਂ ਮੁਤਾਬਕ ਉਹ ਕਿਸੇ ਵੀ ਬੱਚੇ ਨਾਲ ਸੰਪਰਕ ਨਹੀਂ ਕਰ ਸਕਦਾ ਅਤੇ ਸ਼ਰਾਬ ਜਾਂ ਕਿਸੇ ਹੋਰ ਕਿਸਮ ਦਾ ਨਸ਼ਾ ਵਰਤਣ ਦੀ ਸਖਤ ਮਨਾਹੀ ਲਾਗੂ ਕੀਤੀ ਗਈ ਹੈ। ਅਮਰੀਕਾ ਵਿੱਚ ਹਾਲ ਹੀ ਵਿੱਚ ਬਲਾਤਕਾਰ ਦੇ ਇੱਕ ਮਾਮਲੇ 'ਚ ਸਜ਼ਾ ਕੱਟ ਰਹੇ ਤੇਲੰਗਾਨਾ ਦੇ ਇੱਕ ਭਾਰਤੀ ਵਿਅਕਤੀ ਦੀ ਖੁਦਕੁਸ਼ੀ ਦਾ ਮਾਮਲਾ ਸਾਹਮਣੇ ਆਇਆ ਹੈ। ਲਿੰਗਲਾ ਕਨਾਪੁਰਮ ਮੰਡਲ ਦੇ
ਨੈਲੂ ਤਲਾ ਦਾ ਰਹਿਣ ਵਾਲਾ ਕੁਰੇਮੁਲਾ ਸਾਈ ਕੁਮਾਰ 10 ਸਾਲ ਪਹਿਲਾਂ ਅਮਰੀਕਾ ਗਿਆ ਸੀ। ਉਹ ਉੱਥੇ ਕੰਮ ਕਰਦਾ ਸੀ ਅਤੇ ਉਹ ਓਕਲਾਹੋਮਾ ਰਾਜ ਦੇ ਐਡਮੰਡ ਸ਼ਹਿਰ ਵਿੱਚ ਆਪਣੀ ਪਤਨੀ ਨਾਲ ਰਹਿੰਦਾ ਸੀ। ਹਾਲਾਂਕਿ ਉਸਨੇ 15 ਸਾਲ ਦੇ ਲੜਕੇ ਦੇ ਰੂਪ ਵਿੱਚ ਆਪਣੇ ਆਪ ਨੂੰ ਪੇਸ਼ ਕਰਕੇ 3 ਕੁੜੀਆਂ ਦੇ ਨਾਲ ਬਲਾਤਕਾਰ ਕੀਤਾ। ਉਸਨੇ 19 ਹੋਰ ਕੁੜੀਆਂ ਦੀਆਂ ਅਸ਼ਲੀਲ ਤਸਵੀਰਾਂ ਵੀ ਸੋਸ਼ਲ ਮੀਡੀਆ ਤੇ ਪੋਸਟ ਕੀਤੀਆਂ ਸਨ ਜੋ ਉਸ ਦੇ ਨਾਲ ਸਰੀਰਕ ਸੰਬੰਧ ਬਣਾਉਣ ਦੇ ਲਈ ਸਹਿਮਤ ਨਹੀਂ ਸਨ। ਉਸਨੇ ਉਹਨਾਂ ਨੂੰ ਧਮਕੀਆਂ ਵੀ ਦਿੱਤੀਆਂ। ਪੀੜਤਾਂ ਵੱਲੋਂ ਉੱਥੇ ਪੁਲਿਸ ਕੋਲ ਸ਼ਿਕਾਇਤ ਕਰਨ ਤੋਂ ਬਾਅਦ FBI ਦੇ ਅਧਿਕਾਰੀਆਂ ਨੇ ਅਕਤੂਬਰ 2023 ਵਿੱਚ ਸਾਈ ਕੁਮਾਰ ਖਿਲਾਫ ਮਾਮਲਾ ਦਰਜ ਕੀਤਾ। ਪੁਲਿਸ ਦੀ ਜਾਂਚ ਦੌਰਾਨ ਪਤਾ ਲੱਗਾ ਕਿ ਉਸਨੇ ਨੌਜਵਾਨ ਮੁੰਡਾ ਬਣ ਕੇ ਕੁੜੀਆਂ ਦੇ ਨਾਲ ਜਿਨਸੀ ਸ਼ੋਸ਼ਣ ਅਤੇ ਛੇੜਛਾੜ ਕੀਤੀ ਸੀ। ਦੋਸ਼ੀ ਸਾਬਤ ਹੋਣ ਤੋਂ ਬਾਅਦ ਇੱਕ ਅਮਰੀਕੀ ਅਦਾਲਤ ਨੇ ਉਸ ਨੂੰ ਲੰਘੀ 27 ਮਾਰਚ 2025 ਨੂੰ 35 ਸਾਲ ਦੀ ਕੈਦ ਦੀ ਸਜ਼ਾ ਸੁਣਾਈ। ਇਸ ਦੌਰਾਨ ਮਾਨਸਿਕ ਪਰੇਸ਼ਾਨੀ ਦਾ ਸਾਹਮਣਾ ਕਰ ਰਹੇ ਸਾਈ ਕੁਮਾਰ ਨੇ 26 ਜੁਲਾਈ ਨੂੰ ਜੇਲ੍ਹ ਵਿੱਚ ਹੀ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਦੱਸਿਆ ਜਾ ਰਿਹਾ ਹੈ ਕਿ ਸਾਈ ਕੁਮਾਰ ਦੇ ਪਿਤਾ ਓਪਲੀਆ ਅਤੇ ਉਸ ਦੇ ਪਰਿਵਾਰਕ ਮੈਂਬਰ ਅਮਰੀਕਾ ਗਏ ਅਤੇ ਉੱਥੇ ਹੀ ਉਹਨਾਂ ਨੇ ਉਸ ਦਾ ਅੰਤਿਮ ਸੰਸਕਾਰ ਕਰ ਦਿੱਤਾ। ਕੈਨੇਡਾ ਦੇ ਕੈਲਗਰੀ ਵਿੱਚ ਮਾਨਸਿਕ ਸਮੱਸਿਆਵਾਂ ਕਾਰਨ ਫਰੀਦਕੋਟ ਦੇ ਰਹਿਣ ਵਾਲੇ 22 ਸਾਲ ਨੌਜਵਾਨ ਨੇ ਖੁਦਕੁਸ਼ੀ ਕਰ ਲਈ। ਮ੍ਰਿਤਕ ਦੀ ਪਛਾਣ ਫਰੀਦਕੋਟ ਦੇ ਰਹਿਣ ਵਾਲੇ 22 ਸਾਲਾਂ ਦੇ ਆਕਾਸ਼ਦੀਪ ਸਿੰਘ ਵਜੋਂ ਹੋਈ ਹੈ। ਆਕਾਸ਼ਦੀਪ ਪੜ੍ਹਾਈ ਲਈ ਕੈਨੇਡਾ ਗਿਆ ਸੀ। ਕੰਮ ਨਾ ਮਿਲਣ ਤੋਂ ਨਿਰਾਸ਼ ਹੋ ਕੇ ਉਸਨੇ ਖੁਦਕੁਸ਼ੀ ਕਰ ਲਈ। ਪਰਿਵਾਰ ਦੇ ਅਨੁਸਾਰ ਆਕਾਸ਼ਦੀਪ ਸਾਲ 2023 ਵਿੱਚ ਸਟੂਡੈਂਟ ਵੀਜ਼ੇ ਤੇ ਕੈਨੇਡਾ ਦੇ ਬਰੈਂਪਟਨ ਗਿਆ ਸੀ। ਪੜ੍ਹਾਈ ਦੇ ਨਾਲ ਉਸੇ ਪਾਰਟ ਟਾਈਮ ਕੰਮ ਲੱਭਣ ਦੀ ਕੋਸ਼ਿਸ਼ ਕੀਤੀ, ਪਰ ਪਿਛਲੇ ਕੁਝ ਮਹੀਨਿਆਂ ਤੋਂ ਨੌਕਰੀ ਨਾ ਮਿਲਣ ਤੋਂ ਬਾਅਦ ਉਹ ਕੈਲਗਰੀ ਵਿੱਚ ਰਹਿ ਰਿਹਾ ਸੀ, ਜਿੱਥੇ ਉਹ ਕੰਮ ਦੀ ਭਾਲ ਵਿੱਚ ਭਟਕ ਰਿਹਾ ਸੀ। ਮਾਮਲੇ ਦੀ ਜਾਣਕਾਰੀ ਅਨੁਸਾਰ ਪਿਛਲੇ ਸਮੇਂ ਵਿੱਚ ਕੰਮ ਨਾ ਮਿਲਣ ਦੀ ਤਣਾਅਪੂਰਨ ਸਥਿਤੀ ਨਾਲ ਜੂਝਦੇ ਹੋਏ ਆਕਾਸ਼ਦੀਪ ਨੇ ਘਰ ਦੇ ਗੈਰਾਜ ਵਿੱਚ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਘਟਨਾ ਤੋਂ ਬਾਅਦ ਕੈਨੇਡਾ ਦੇ ਵਿੱਚ ਰਹਿਣ ਵਾਲੇ ਉਸਦੇ ਸਾਥੀਆਂ ਨੇ ਪੁਲਿਸ ਨੂੰ ਸੂਚਿਤ ਕੀਤਾ। ਇਸ ਦੁਖਦਾਈ ਖਬਰ ਤੋਂ ਬਾਅਦ ਪੰਜਾਬ ਵਿੱਚ ਉਸਦੇ ਘਰ ਵਿੱਚ ਸੋਗ ਦਾ ਮਾਹੌਲ ਹੈ। ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਆਕਾਸ਼ਦੀਪ ਮਿਹਨਤੀ ਅਤੇ ਹੋਣਹਾਰ ਸੀ, ਪਰ ਕੰਮ ਦੀ ਘਾਟ ਅਤੇ ਵਿੱਤੀ ਦਬਾਅ ਕਾਰਨ ਉਹ ਮਾਨਸਿਕ ਤੌਰ ਤੇ ਟੁੱਟ ਗਿਆ। ਪਰਿਵਾਰ ਨੇ ਸਰਕਾਰ ਨੂੰ ਆਕਾਸ਼ਦੀਪ ਸਿੰਘ ਦੀ ਲਾਸ਼ ਭਾਰਤ ਲਿਆਉਣ ਦੀ ਅਪੀਲ ਕੀਤੀ ਹੈ। ਭਾਰਤੀ ਅਰਥਚਾਰੇ ਨੂੰ ਮਰਿਆ ਹੋਇਆ ਦੱਸਣ ਸੰਬੰਧੀ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਦਾਅਵੇ ਨੂੰ ਉਹਨਾਂ ਦੇ ਹੀ ਦੇਸ਼ ਦੇ ਆਰਟੀਫੀਸ਼ੀਅਲ ਇੰਟੈਲੀਜੈਂਸ ਯਾਨੀ AI ਪਲੇਟਫਾਰਮ ਝੂਠਾ ਦੱਸ ਰਹੇ ਹਨ। ਭਾਰਤੀ ਅਰਥਚਾਰੇ ਤੇ ਟਰੰਪ ਦੇ ਦਾਅਵੇ ਨੂੰ ਲੈ ਕੇ ਜਦੋਂ ਅਮਰੀਕੀ AI ਪਲੇਟਫਾਰਮ ਤੋਂ ਸਵਾਲ ਕੀਤਾ ਗਿਆ ਤਾਂ ਸਾਰੇ ਪਲੇਟਫਾਰਮਸ ਨੇ ਇਕਮਤ ਹੋ ਕੇ ਅਮਰੀਕੀ ਰਾਸ਼ਟਰਪਤੀ ਦੇ ਦਾਅਵੇ ਨੂੰ ਗਲਤ ਕਰਾਰ ਦਿੱਤਾ ਕਿ ਭਾਰਤੀ ਅਰਥਚਾਰਾ ਮਰਿਆ ਹੋਇਆ ਹੈ। ਇਹ ਸਵਾਲ 5 ਅਹਿਮ ਅਮਰੀਕੀ AI ਪਲੇਟਫਾਰਮਸ ChatGPT, Grok, Gemini, Meta AI ਤੇ ਕੋਪਾਇਲਟ ਤੋਂ ਪੁੱਛਿਆ ਗਿਆ ਸੀ। ਇਸ ਦੇ ਜਵਾਬ 'ਚ ChatGPT ਨੇ ਜਵਾਬ ਦਿੱਤਾ, ਭਾਰਤ ਦਾ ਅਰਥਚਾਰਾ ਮਰਿਆ ਨਹੀਂ, ਡਾਇਨਾਮਿਕ ਜਾਂ ਗਤੀਸ਼ੀਲ ਹੈ। ਭਾਰਤੀ ਅਰਥਚਾਰਾ ਖਾਇਸ਼ੀ ਹੈ। ਗ੍ਰੋਕ ਨੇ ਕਿਹਾ ਨਹੀਂ, ਭਾਰਤੀ ਅਰਥਚਾਰਾ ਮਰਿਆ ਨਹੀਂ ਹੈ, ਇਹ ਆਲਮੀ ਪੱਧਰ ਤੇ ਸਭ ਤੋਂ ਤੇਜ਼ੀ ਨਾਲ ਵਧਣ ਵਾਲੇ ਅਹਿਮ ਅਰਥਚਾਰਿਆਂ ਚੋਂ ਇੱਕ ਬਣਿਆ ਹੋਇਆ ਹੈ। ਉਧਰ ਹੀ ਜੈਮਿਨੀ ਦੀ ਗੱਲ ਕਰਾਂ ਤੇ ਜੈਮਿਨੀ ਨੇ ਕਿਹਾ ਕਿ ਤੇਜ਼ ਵਿਕਾਸ ਭਾਰਤੀ ਅਰਥਚਾਰੇ ਦੀ ਖਾਸੀਅਤ ਹੈ। ਮੈਟਾ AI ਨੇ ਵੀ ਕਿਹਾ ਕਿ ਭਾਰਤੀ ਅਰਥਚਾਰਾ ਮਰਿਆ ਨਹੀਂ ਹੈ, ਇਹ ਵਿਸ਼ਵ ਦੇ ਸਭ ਤੋਂ ਤੇਜ਼ੀ ਨਾਲ ਵਧਦੇ ਅਰਥਚਾਰਿਆਂ ਚੋਂ ਇੱਕ ਹੈ। ਕੋਪਾਇਲਟ ਨੇ ਹੋਰ ਵੀ ਸਪਸ਼ਟ ਰੂਪ ਨਾਲ ਜਵਾਬ ਦਿੱਤਾ। ਉਸਨੇ ਕਿਹਾ ਭਾਰਤੀ ਅਰਥਚਾਰਾ ਬਿਲਕੁਲ ਨਹੀਂ ਮਰਿਆ। ਦਰਅਸਲ ਟਰੰਪ ਨੇ ਮਾਸਕੋ ਨਾਲ ਨਵੀਂ ਦਿੱਲੀ ਦੇ ਵਪਾਰਕ ਰਿਸ਼ਤਿਆਂ ਤੇ ਨਿਸ਼ਾਨਾ ਲਾਉਂਦੇ ਹੋਏ ਟਰੁਥ ਸੋਸ਼ਲ ਤੇ ਲਿਖਿਆ ਸੀ ਕਿ ਮੈਨੂੰ ਕੋਈ ਫਰਕ ਨਹੀਂ ਪੈਂਦਾ ਭਾਰਤ ਰੂਸ ਨਾਲ ਕੀ ਕਰਦਾ ਹੈ, ਉਹ ਦੋਵੇਂ ਆਪਣੇ ਮੇਰੇ ਅਰਥਚਾਰੇ ਨੂੰ ਇਕੱਠੇ ਡੁਬੋ ਸਕਦੇ ਹਨ, ਮੈਨੂੰ ਇਸ ਦੀ ਕੋਈ ਫਿਕਰ ਨਹੀਂ ਹੈ। ਅਸੀਂ ਭਾਰਤ ਨਾਲ ਬਹੁਤ ਘੱਟ ਕਾਰੋਬਾਰ ਕੀਤਾ, ਉਸ ਦਾ ਟੈਰਿਫ ਬਹੁਤ ਜ਼ਿਆਦਾ ਹੈ। ਟਰੰਪ ਦੇ ਇਸ ਬਿਆਨ ਦੇ ਪਿਛੋਕੜ 'ਚ ਵਣਜ ਮੰਤਰੀ ਪਿਊਸ਼ ਗੋਇਲ ਨੇ ਸੰਸਦ ਨੂੰ ਦੱਸਿਆ ਸੀ ਕਿ ਭਾਰਤ ਦੁਨੀਆ ਦਾ ਸਭ ਤੋਂ ਤੇਜ਼ੀ ਨਾਲ ਵਧਦਾ ਅਹਿਮ ਅਰਥਚਾਰਾ ਹੈ ਤੇ ਕੁਝ ਸਾਲਾਂ 'ਚ ਇਸ ਦੇ ਤੀਜਾ ਸਭ ਤੋਂ ਵੱਡਾ ਅਰਥਚਾਰਾ ਬਣਨ ਦੀ ਉਮੀਦ ਹੈ। ਜੈਫ ਬੇਜ਼ੋਸ ਦੀ ਕੰਪਨੀ ਬਲੂ ਓਰੀਜਨ ਆਪਣੇ ਨਿਊ ਸ਼ੈਪਰਡ ਰੌਕੇਟ ਤੇ ਇੱਕ ਹੋਰ ਪੁਲਾੜ ਯਾਤਰਾ ਕਰਨ ਜਾ ਰਹੀ ਹੈ। ਤਾਂ ਅੰਦਾਜ਼ਾ 6 ਯਾਤਰੀ ਪੱਛਮੀ ਟੈਕਸਾਸ ਤੋਂ ਪੁਲਾੜ ਲਈ ਉਡਾਨ ਭਰਨਗੇ, ਜਿਸ ਵਿੱਚ ਆਗਰਾ ਵਿੱਚ ਜਨਮੇ ਭਾਰਤੀ ਮੂਲ ਦੇ ਅਮਰੀਕੀ ਰੀਅਲ ਏਸਟੇਟ ਨਿਵੇਸ਼ਕ ਅਰਵਿੰਦਰ ਅਰਵੀ ਸਿੰਘ ਬਹਿਲ ਵੀ ਸ਼ਾਮਲ ਹਨ। ਇਹ ਮਿਸ਼ਨ ਜੋ ਹੈ NS-34 ਵਿੱਚ ਅਰਵਿੰਦਰ ਬਹਿਲ ਸਮੇਤ ਕੁੱਲ 6 ਲੋਕ ਸ਼ਾਮਲ ਹਨ। ਬਹਿਲ ਨੂੰ ਇੱਕ ਸਾਹਸੀ ਵਿਅਕਤੀ ਵਜੋਂ ਜਾਣਿਆ ਜਾਂਦਾ ਹੈ, ਜਿਸ ਨੇ ਦੁਨੀਆ ਦੇ ਹਰ ਦੇਸ਼ ਦੀ ਯਾਤਰਾ ਕੀਤੀ ਹੈ ਅਤੇ ਹੈਲੀਕਾਪਟਰ ਉਡਾਨ ਦਾ ਲਾਇਸੈਂਸ ਵੀ ਰੱਖਦਾ ਹੈ। ਯਾਤਰਾ ਦੀ ਲੰਬਾਈ ਦੀ ਗੱਲ ਕਰਾਂ ਤੇ ਯਾਤਰਾ ਲਗਭਗ 11 ਮਿੰਟ ਦੀ ਹੋਵੇਗੀ। ਇਸ ਦੌਰਾਨ ਯਾਤਰੀ ਕਰਮਨ ਲਾਈਨ ਤੋਂ ਪਾਰ ਜਾ ਕੇ ਕੁਝ ਮਿੰਟਾਂ ਲਈ ਜ਼ੀਰੋ ਗੁਰੂਤਾ ਦਾ ਅਨੁਭਵ ਕਰ ਸਕਣਗੇ। ਇਸ ਤੋਂ ਇਲਾਵਾ ਕਿ ਭਾਵੇਂ ਕਿ ਟਿਕਟਾਂ ਦੀ ਕੀਮਤ ਆਮ ਤੌਰ ਤੇ ਗੁਪਤ ਰੱਖੀ ਜਾਂਦੀ ਹੈ, ਪਰ ਅਨੁਮਾਨ ਹੈ ਕਿ ਇਸ ਦੀ ਕੀਮਤ $5 ਲੱਖ ਤੋਂ ਵੱਧ ਹੋਵੇਗੀ। ਕੰਪਨੀ ਨੂੰ ਬੁਕਿੰਗ ਦੇ ਲਈ $1,50,000 ਦੀ ਵਾਪਸੀਯੋਗ ਜਮ੍ਹਾਂ ਰਕਮ ਦੀ ਲੋੜ ਹੁੰਦੀ ਹੈ।
2000 ਵਿੱਚ ਜੈਫ ਬੇਜ਼ੋਸ ਦੁਆਰਾ ਸਥਾਪਿਤ ਬਲੂ ਓਰੀਜਨ ਦਾ ਉਦੇਸ਼ ਪੁਲਾੜ ਸੈਰ ਸਪਾਟੇ ਨੂੰ ਉਤਸ਼ਾਹਿਤ ਕਰਨਾ ਅਤੇ ਪੁਲਾੜ ਟੈਕਨੋਲੋਜੀ ਵਿਕਸਿਤ ਕਰਨਾ ਹੈ। ਕੰਪਨੀ ਨੇ ਹੁਣ ਤੱਕ ਨਿਊ ਸ਼ੈਪਰਡ ਪ੍ਰੋਗਰਾਮ ਤਹਿਤ ਕੁੱਲ 34 ਉਡਾਨਾਂ ਅਤੇ 14 ਮਨੁੱਖੀ ਮਿਸ਼ਨ ਸਫਲਤਾਪੂਰਵਕ ਪੂਰੇ ਕੀਤੇ ਹਨ, ਜਿਨ੍ਹਾਂ ਵਿੱਚ ਬੇਜ਼ੋਸ ਖੁਦ ਵੀ ਸ਼ਾਮਲ ਹਨ। ਇਸ ਤੋਂ ਇਲਾਵਾ ਬਲੂ ਓਰੀਜਨ ਨਾਸਾ ਦੇ ਆਰਟੇਮਿਸ ਮਿਸ਼ਨ ਲਈ ਇੱਕ ਚੰਦਰਮਾ ਲੈਂਡਰ ਅਤੇ ਵੱਡੇ ਰੌਕਟ ਨਿਊ ਗਲੇਨ ਤੇ ਵੀ ਕੰਮ ਕਰ ਰਹੀ ਹੈ। ਇਹ ਮਿਸ਼ਨ ਕੰਪਨੀ ਦੇ ਸਫਲਤਾਪੂਰਵਕ ਰਿਕਾਰਡ ਨੂੰ ਹੋਰ ਅੱਗੇ ਵਧਾਏਗਾ। ਮਾਈਕਲ ਜੈਕਸਨ ਇੱਕ ਅਜਿਹਾ ਨਾਮ ਜਿਸ ਨੂੰ ਸ਼ਾਇਦ ਹੀ ਕੋਈ ਨਾ ਜਾਣਦਾ ਹੋਵੇ। ਉਸਨੇ ਇੰਨੀ ਪ੍ਰਸਿੱਧੀ ਜਿੱਤੀ ਹੈ। ਜਦੋਂ ਕੋਈ ਚੰਗਾ ਨੱਚਦਾ ਹੈ ਤਾਂ ਅੱਜ ਵੀ ਲੋਕ ਆਪਣੀਆਂ ਗੱਲਬਾਤਾਂ ਵਿੱਚ ਮਾਈਕਲ ਜੈਕਸਨ ਦਾ ਜ਼ਿਕਰ ਕਰਦੇ ਹਨ। ਪਰ ਖਾਸ ਗੱਲ ਇਹ ਹੈ ਕਿ ਪ੍ਰਸ਼ੰਸਕ ਮਾਈਕਲ ਦੇ ਨਾਲ-ਨਾਲ ਉਸ ਦੀਆਂ ਚੀਜ਼ਾਂ ਨੂੰ ਵੀ ਬਹੁਤ ਪਸੰਦ ਕਰਦੇ ਹਨ। ਲੋਕ ਉਸ ਦੇ ਇੰਨੇ دیਵਾਨੇ ਹਨ ਕਿ ਉਹਨਾਂ ਨੂੰ ਉਸ ਦੀਆਂ ਚੀਜ਼ਾਂ ਵੀ ਓਨੀਆਂ ਹੀ ਪਸੰਦ ਹਨ। ਹੁਣ ਹਾਲ ਹੀ ਵਿੱਚ ਮਾਈਕਲ ਦਾ 1 ਸਾਲ ਪੁਰਾਣਾ ਜੁਰਾਬ ਮਿਲਿਆ ਹੈ ਜੋ ਉਸਨੇ 28 ਸਾਲ ਪਹਿਲਾਂ ਇੱਕ ਸੰਗੀਤ ਸਮਾਰੋਹ ਵਿੱਚ ਪਹਿਨਿਆ ਸੀ। ਇਹ ਜੁਰਾਬ ਦੀ ਨਿਲਾਮੀ ਕੀਤੀ ਗਈ ਸੀ ਅਤੇ ਲੱਖਾਂ ਵਿੱਚ ਵਿਕ ਗਈ ਸੀ। ਇਸ ਗਾਇਕ ਨੇ 28 ਸਾਲ ਪਹਿਲਾਂ ਇੱਕ ਸੰਗੀਤ ਸਮਾਰੋਹ ਦੌਰਾਨ ਇਹ ਜੁਰਾਬ ਸਿਰਫ ਕੁਝ ਮਿੰਟਾਂ ਲਈ ਪਹਿਨਿਆ ਸੀ, ਜਿਸ ਤੇ ਹੁਣ ਕਈ ਦਾਗ ਹਨ। ਇਸ ਦੇ ਬਾਵਜੂਦ ਉਸਦੇ ਪ੍ਰਸ਼ੰਸਕਾਂ ਨੇ ਇਸ ਦੇ ਲਈ $8,000 ਯਾਨੀ ਲਗਭਗ 7 ਲੱਖ ਰੁਪਏ ਦਾ ਭੁਗਤਾਨ ਕੀਤਾ। ਇਹ ਨਿਲਾਮੀ ਬੁੱਧਵਾਰ ਨੂੰ ਫਰਾਂਸ ਵਿੱਚ ਹੋਈ, ਜੋ ਕਿ $3,400 ਤੋਂ ਸ਼ੁਰੂ ਹੋਈ। ਉਮੀਦ ਕੀਤੀ ਜਾ ਰਹੀ ਸੀ ਕਿ ਇਹ ਜੁਰਾਬ 4,500 ਤੱਕ ਯਾਨੀ ਕਿ $4,500 ਤੱਕ ਵੇਚਿਆ ਜਾ ਸਕਦਾ ਹੈ, ਪਰ ਬੋਲੀ $8,000 ਤੱਕ ਪਹੁੰਚ ਗਈ। ਨਿਲਾਮੀ ਪ੍ਰਬੰਧਕ ਔਰੋਰ ਇਲੀ ਨੇ ਇੱਕ ਇੰਟਰਵਿਊ ਵਿੱਚ AFP ਨੂੰ ਦੱਸਿਆ ਕਿ ਮਾਈਕਲ ਜੈਕਸਨ ਨੇ ਇਹ ਜੁਰਾਬ 1996 ਵਿੱਚ ਕੁਆਲਾਲੰਪੁਰ ਵਿੱਚ ਹਿਸਟਰੀ ਵਰਲਡ ਟੂਰ ਦੌਰਾਨ ਅਤੇ ਫਿਰ 1997 ਵਿੱਚ ਫਰਾਂਸ ਦੇ ਨਾਈਮਸ ਵਿੱਚ ਇੱਕ ਸੰਗੀਤ ਸਮਾਰੋਹ ਦੌਰਾਨ ਪਹਿਨਿਆ ਸੀ। ਇਹ ਸੁਨਹਿਰੀ ਚਮਕਦਾਰ ਜੁਰਾਬ ਬਾਅਦ ਵਿੱਚ ਮਾਈਕਲ ਜੈਕਸਨ ਦੇ ਡਰੈਸਿੰਗ ਰੂਮ ਦੇ ਨੇੜੇ ਇੱਕ ਸਟੇਜ ਟੈਕਨੀਸ਼ੀਅਨ ਦੁਆਰਾ ਲੱਭੀ ਗਈ ਸੀ, ਜਿਸ ਨੂੰ ਉਸਨੇ ਸੁਰੱਖਿਅਤ ਢੰਗ ਨਾਲ ਰੱਖਿਆ ਸੀ। ਇਸ ਤੋਂ ਪਹਿਲਾਂ ਵੀ ਇਹ ਜੁਰਾਬ 30 ਜੁਲਾਈ 2025 ਨੂੰ ਫਰਾਂਸ ਵਿੱਚ ਇੱਕ ਨਿਲਾਮੀ ਵਿੱਚ ਪੇਸ਼ ਕੀਤਾ ਗਿਆ ਸੀ। ਪੋਪ ਦੇ ਰਾਜਾ ਅਤੇ 39 ਗਿਨੀਜ਼ ਵਰਲਡ ਰਿਕਾਰਡ ਧਾਰਕ ਮਾਈਕਲ ਜੈਕਸਨ ਨਾ ਸਿਰਫ ਆਪਣੇ ਸੰਗੀਤ ਅਤੇ ਨਾਚ ਲਈ ਜਾਣੇ ਜਾਂਦੇ ਸਨ, ਸਗੋਂ 150 ਸਾਲਾਂ ਤੋਂ ਵੱਧ ਜੀਣ ਦੀ ਇੱਛਾ ਅਤੇ ਇਸ ਲਈ ਬਹੁਤ ਸਾਰੇ ਕੰਮ ਕਰਨ ਲਈ ਵੀ ਜਾਣੇ ਜਾਂਦੇ ਸਨ। ਇਸ ਲਈ ਉਹ ਸੌਣ ਦੇ ਲਈ ਆਕਸੀਜਨ ਚੈਂਬਰਾਂ ਦੀ ਵਰਤੋਂ ਕਰਦੇ ਸਨ। 25 ਜੂਨ 2009 ਨੂੰ ਲਾਸ ਐਂਜਲਸ ਵਿੱਚ ਉਹਨਾਂ ਦੀ ਅਚਾਨਕ ਮੌਤ ਨੇ ਦੁਨੀਆ ਭਰ ਵਿੱਚ ਸੋਗ ਦੀ ਲਹਿਰ ਫੈਲਾ ਦਿੱਤੀ। 13 ਲੋਕਾਂ ਨੇ ਖੁਦਕੁਸ਼ੀ ਕਰ ਲਈ, ਬਹੁਤ ਸਾਰੇ ਸੜਕਾਂ ਤੇ ਬੇਹੋਸ਼ ਹੋ ਗਏ। ਉਹਨਾਂ ਦੀ ਮੌਤ ਤੋਂ ਬਾਅਦ ਮਾਈਕਲ ਦੇ ਸੰਗੀਤ ਅਤੇ ਨਾਮ ਨੇ ਬਹੁਤ ਸਾਰਾ ਪੈਸਾ ਕਮਾਇਆ। 17,000 ਕਰੋੜ ਰੁਪਏ ਤੋਂ ਵੱਧ ਦੀ ਕਮਾਈ ਕੀਤੀ ਗਈ। ਪਾਕਿਸਤਾਨ ਸਰਕਾਰ ਦੇ ਗ੍ਰਹਿ ਮੰਤਰਾਲੇ ਨੇ ਇੱਕ ਵੱਡਾ ਫੈਸਲਾ ਲਿਆ। ਇੱਕ ਨਿਊਜ਼ ਚੈਨਲ ਦੇ ਅਨੁਸਾਰ ਖਬਰਾਂ ਆ ਰਹੀਆਂ ਹਨ ਕਿ ਸਰਕਾਰ ਅਫਗਾਨਾਂ ਸਮੇਤ ਵਿਦੇਸ਼ੀ ਨਾਗਰਿਕਾਂ ਨੂੰ ਦੁਬਾਰਾ ਦੇਸ਼ ਨਿਕਾਲਾ ਦੇਣ ਦੀ ਪ੍ਰਕਿਰਿਆ ਸ਼ੁਰੂ ਕਰਨ ਜਾ ਰਹੀ ਹੈ। ਇਸ ਦਾ ਐਲਾਨ ਜੋ ਹੈ ਸ਼ਨੀਵਾਰ ਨੂੰ ਕੀਤਾ ਗਿਆ ਹੈ। ਗ੍ਰਹਿ ਮੰਤਰਾਲੇ ਨੇ ਇਸ ਦੇ ਪਿੱਛੇ 30 ਜੂਨ ਨੂੰ ਪ੍ਰੂਫ ਆਫ ਰਜਿਸਟ੍ਰੇਸ਼ਨ ਕਾਰਡ ਦੀ ਮਿਆਦ ਖਤਮ ਹੋਣ ਨੂੰ ਕਾਰਨ ਦੱਸਿਆ। ਉਹਨਾਂ ਦਾ ਕਹਿਣਾ ਹੈ ਕਿ ਜਿਨ੍ਹਾਂ ਵਿਦੇਸ਼ੀ ਨਾਗਰਿਕਾਂ ਦੇ ਪ੍ਰੂਫ ਆਫ ਰਜਿਸਟ੍ਰੇਸ਼ਨ ਕਾਰਡ ਦੀ ਮਿਆਦ ਖਤਮ ਹੋ ਗਈ ਹੈ, ਉਹਨਾਂ ਨੂੰ ਦੇਸ਼ ਤੋਂ ਬਾਹਰ ਕੱਢ ਦਿੱਤਾ ਜਾਵੇਗਾ। ਤੁਹਾਨੂੰ ਦੱਸ ਦਈਏ ਕਿ ਪਾਕਿਸਤਾਨ ਵਿੱਚ ਪ੍ਰੂਫ ਆਫ ਰਜਿਸਟ੍ਰੇਸ਼ਨ ਕਾਰਡ ਅਫਗਾਨ ਨਾਗਰਿਕਾਂ ਨੂੰ ਪਾਕਿਸਤਾਨ ਵਿੱਚ ਕਾਨੂੰਨੀ ਤੌਰ ਤੇ ਰਹਿਣ ਦੀ ਆਗਿਆ ਦਿੰਦਾ ਹੈ। ਪਾਕਿਸਤਾਨ ਦੇ ਇੱਕ ਨਿਊਜ਼ ਚੈਨਲ ਦੇ ਅਨੁਸਾਰ ਜ਼ਿਆਦਾਤਰ ਅਫਗਾਨ ਨਾਗਰਿਕਾਂ ਦੇ POR ਕਾਰਡ ਮਿਆਦ ਖਤਮ ਹੋ ਗਈ ਹੈ। ਇਸ ਤੋਂ ਬਾਅਦ ਵੀ ਅਫਗਾਨ ਨਾਗਰਿਕ ਦੇਸ਼ ਵਿੱਚ ਰਹਿ ਰਹੇ ਹਨ। ਪਾਕਿਸਤਾਨੀ ਸਰਕਾਰ ਨੇ ਇਹਨਾਂ ਨਾਗਰਿਕਾਂ ਨੂੰ ਦੇਸ਼ ਤੋਂ ਬਾਹਰ ਕੱਢਣ ਦਾ ਫੈਸਲਾ ਕੀਤਾ ਹੈ। ਗ੍ਰਹਿ ਮੰਤਰਾਲੇ ਨੇ ਜ਼ਿਲ੍ਹਾ ਪ੍ਰਸ਼ਾਸਨ, ਪੁਲਿਸ ਅਤੇ ਹੋਰ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਵਿਦੇਸ਼ੀ ਨਾਗਰਿਕਾਂ ਨੂੰ ਗ੍ਰਿਫਤਾਰ ਕਰਨ ਅਤੇ ਦੇਸ਼ ਤੋਂ ਬਾਹਰ ਕੱਢਣ ਦੇ ਨਿਰਦੇਸ਼ ਜਾਰੀ ਕੀਤੇ ਹਨ। ਗ੍ਰਹਿ ਮੰਤਰਾਲੇ ਦੀ ਇੱਕ ਰਿਪੋਰਟ ਦੇ ਅਨੁਸਾਰ ਖੈਬਰ ਪਖਤੂਨਖਵਾ ਵਿੱਚ ਸੈਂਕੜੇ ਅਫਗਾਨ ਨਾਗਰਿਕਾਂ ਦੇ POR ਕਾਰਡਾਂ ਦੀ ਮਿਆਦ ਖਤਮ ਹੋ ਗਈ ਹੈ। ਉਦੋਂ ਤੋਂ ਅਫਗਾਨ ਦੇਸ਼ ਵਿੱਚ ਗੈਰ ਕਾਨੂੰਨੀ ਤੌਰ ਤੇ ਰਹਿ ਰਹੇ ਹਨ। ਇਨ੍ਹਾਂ ਸਾਰੇ ਅਫਗਾਨਾਂ ਨੂੰ ਪੇਸ਼ਾਵਰ ਅਤੇ ਲੈਂਡੀ ਕੋਟਲ ਦੇ ਪ੍ਰਸ਼ਾਸਨਿਕ ਕੇਂਦਰਾਂ ਨਾਲ ਸੰਪਰਕ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਜੇਕਰ ਇਸ ਤੋਂ ਬਾਅਦ ਵੀ ਅਫਗਾਨ ਨਾਗਰਿਕ ਸੰਪਰਕ ਨਹੀਂ ਕਰਦੇ ਹਨ ਤਾਂ ਉਹਨਾਂ ਨੂੰ ਗ੍ਰਿਫਤਾਰ ਕਰਨ ਅਤੇ ਦੇਸ਼ ਤੋਂ ਬਾਹਰ ਕੱਢਣ ਦੀ ਪ੍ਰਕਿਰਿਆ ਸ਼ੁਰੂ ਕੀਤੀ ਜਾਵੇਗੀ। ਇਹ ਸਾਂਝੀ ਦੇਸ਼ ਵਿਦੇਸ਼ ਨਾਲ ਜੁੜੀਆਂ ਹੋਈਆਂ ਕੁਝ ਖਾਸ ਤੇ ਚੋਣਵੀਆਂ ਖਬਰਾਂ ਹੋਰ ਅਪਡੇਟਸ ਨਾਲ ਜੁੜੇ ਰਹਿਣ ਦੇ ਲਈ ਤੁਸੀਂ ਬਣੇ ਰਹੋ ਪੰਜਾਬ ਮਿਲ USA TV ਦੇ ਨਾਲ। ਤੁਹਾਡੇ ਸਭ ਦਾ ਬਹੁਤ ਬਹੁਤ ਧੰਨਵਾਦ।